ਹੁਣ ਇਹ ਕਹਿਣਾ ਕਿ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੇ ਨਾਲ IAS ਬੰਦੇ ਵੀ ਜੁੜੇ ਹੋਏ ਸੀਗੇ। ਕਿਹੜੀ ਉਹਨਾਂ ਦੇ ਵਿੱਚ ਅਟਰੈਕਸ਼ਨ ਸੀ, ਕਿਹੜੀ ਉਹਨਾਂ ਦੀ ਵਿਜ਼ਨ ਸੀ ਕਿ ਬੜੇ ਬੜੇ ਵੱਡੇ ਲੋਕ ਵੀ ਉਹਨਾਂ ਤੋਂ ਪ੍ਰਭਾਵਿਤ ਹੋ ਜਾਂਦੇ ਸੀ। ਭਿੰਡਰਾਂਵਾਲਿਆਂ ਦੀ ਗੱਲ ਕਰਨੀ ਆ ਜਾਂ ਸਾਕੇ ਦੀ ਗੱਲ ਕਰਨੀ ਜਾਂ ਘੱਲੂਘਾਰੇ ਦੀ ਗੱਲ ਕਰਨੀ ਆ, ਤੇ ਜੇ ਅਸੀਂ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਨੂੰ ਉਹਦੇ ਵਿੱਚੋਂ ਮਨਫੀ ਕਰਾਂਗੇ ਤੇ ਅਸੀਂ ਕਿਸੇ ਸਿੱਟੇ ਤੇ ਪਹੁੰਚ ਹੀ ਨਹੀਂ ਸਕਾਂਗੇ। ਹਾਂਜੀ ਜੀ, ਉਹਨੇ MA ਕੀਤੀ ਆ, ਉਹਨੇ BSc ਡਿਗਰੀ ਕੀਤੀ ਆ, ਡਾਕਟਰ ਕੀਤੀ ਆ, ਇਹਨੂੰ ਕਹਿੰਦੇ ਆ ਅਸੀਂ। ਪਰ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਤਾਂ 10ਵੀਂ ਪਾਸ ਵੀ ਨਹੀਂ ਸੀਗੇ। ਪਰ ਉਹਨਾਂ ਦੇ ਜ਼ਿਹਨ ਦੇ ਵਿੱਚ ਪਾਣੀਆਂ ਦਾ ਇਸ਼ੂ ਕਿੱਥੇ ਆ ਗਿਆ ਵੀ ਜਨਰਲ ਸ਼ਬੇਗ ਸਿੰਘ ਵਰਗੇ ਜਿਹੜੇ ਬੰਦੇ ਨੇ ਉਹ ਸੰਤ ਬਾਬਾ ਜਰਨੈਲ ਸਿੰਘ ਦੀਆਂ ਗੱਲਾਂ ਤੋਂ, ਉਹਨਾਂ ਦੀ ਸੋਚ ਤੋਂ ਕੀਲੇ ਗਏ ਸੀ। ਚਾਹੇ ਕਿਸੇ ਨੇ ਜੈਲ ਲਾਈ ਆ, ਚਾਹੇ ਕਿਸੇ ਨੇ ਨੱਤੀਆਂ ਪਾਈਆਂ, ਚਾਹੇ ਕਿਸੇ ਨੇ ਗਾਤਰਾ ਪਾਇਆ, ਚਾਹੇ ਕੋਈ ਸਿੱਖ ਸਰੂਪ ਦੇ ਵਿੱਚ ਹੈਗਾ, ਚਾਹੇ ਕੋਈ ਸਿੱਖ ਸਰੂਪ ਦੇ ਵਿੱਚ ਨਹੀਂ ਹੈਗਾ, ਪਰ ਫਿਰ ਵੀ ਅੱਜ ਉਹ ਆਪਣੀਆਂ ਟੀ-ਸ਼ਰਟਾਂ ਦੇ ਉੱਪਰ, ਆਪਣੀਆਂ ਗੱਡੀਆਂ ਦੇ ਉੱਤੇ ਸੰਤਾਂ ਦੀ ਫੋਟੋ ਲਾ ਕੇ ਮਾਣ ਮਹਿਸੂਸ ਕਰਦੇ। ਤਾਂ ਇਹੀ ਕਾਰਨ ਆ ਕਿ ਹੈਸ਼ਟੈਗ ਹੁਣ 84 ਦੇ ਉੱਤੇ, ਫੇਸਬੁੱਕਾਂ ਦੇ ਉੱਤੇ ਤੁਸੀਂ ਪਾ ਲਓ, ਤੁਸੀਂ ਟਵਿੱਟਰ ਦੇ ਉੱਤੇ ਤੁਸੀਂ ਉਹ ਕਾ ਲਓ ਕਿ ਕਾਰਨ ਕੀ ਹੈਗਾ ਵੀ ਉਹ ਸਟੇਟ 84 ਨੂੰ ਸਾਡੇ ਮਨਾਂ ਚੋਂ ਵਾਈਪ ਆਊਟ ਕਰਨਾ ਲੋਚਦੀ ਪਈ ਆ। TV16 ਟੋਰਾਂਟੋ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਯਾਨੀ ਕਿ KS ਬਲ ਵੱਲੋਂ ਸਤਿ ਸ੍ਰੀ ਅਕਾਲ ਜੀ। ਸੋ ਜਿਸ ਤਰ੍ਹਾਂ ਆਪਾਂ ਸਾਰੇ ਜਾਣਦੇ ਹੈਗੇ ਆ ਕਿ ਇਸ ਟਾਈਮ ਦੇ ਉੱਤੇ 1984 ਦਾ ਜਿਹੜਾ ਘੱਲੂਘਾਰਾ ਦਿਵਸ ਹੈਗਾ ਜਾਂ ਘੱਲੂਘਾਰਾ ਹਫ਼ਤਾ ਜਾਂ ਪੂਰਾ ਮਹੀਨਾ ਆਪਾਂ ਜਿਹੜਾ ਹੈ ਉਹ ਯਾਦ ਕਰਦੇ ਆ ਉਹਨਾਂ ਸ਼ਹੀਦਾਂ ਨੂੰ ਜਿਨ੍ਹਾਂ ਨੇ ਆਪਣਾ ਆਪਾ ਵਾਰ ਦਿੱਤਾ ਕੌਮ ਦੀ ਖਾਤਰ, ਧਰਮ ਦੀ ਖਾਤਰ। ਤੇ ਆਪਾਂ ਉਹਨਾਂ ਨੂੰ ਸਿਰਫ ਇੱਕ ਹਫ਼ਤੇ ਲਈ ਯਾਦ ਕਰਦੇ ਆ ਜਾਂ ਸਾਨੂੰ ਉਹ 365 ਦਿਨ ਹਰ ਵਕਤ ਯਾਦ ਰਹਿਣੇ ਚਾਹੀਦੇ ਨੇ? ਇਹ ਬਹੁਤ ਵੱਡੇ ਸਵਾਲ ਨੇ। ਅੱਜ ਸਾਡੇ ਨਾਲ ਸਰਦਾਰ ਹਰਪ੍ਰੀਤ ਸਿੰਘ ਜੀ ਸਟੂਡੀਓ ਵਿੱਚ ਮੌਜੂਦ ਨੇ, ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ। ਪਹਿਲਾਂ ਆਓ ਉਹਨਾਂ ਦਾ ਧੰਨਵਾਦ ਕਰਦੇ ਹੈਗੇ ਤੇ ਆਪਾਂ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਸਰਦਾਰ ਹਰਪ੍ਰੀਤ ਸਿੰਘ ਜੀ, ਤੁਹਾਡਾ ਸਵਾਗਤ ਹੈ TV16 ਟੋਰਾਂਟੋ ਜੀ। ਧੰਨਵਾਦ ਜੀ, ਬਹੁਤ ਬਹੁਤ। ਔਰ ਜਿੰਨੇ ਵੀ ਸਾਡੇ ਸਰੋਤੇ ਨੇ ਜਾਂ ਦਰਸ਼ਕ ਨੇ, ਸਭ ਨੂੰ ਔਰ ਵੱਖਰੇ ਵੱਖਰੇ ਮਾਧਿਅਮ ਨਾਲ ਜੁੜੇ ਹੋਏ ਨੇ ਇਸ ਪ੍ਰੋਗਰਾਮ ਦੇ ਨਾਲ, ਸਭ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਰਪ੍ਰੀਤ ਜੀ, ਆਪਾਂ ਜਿਹੜੀ ਗੱਲਬਾਤ ਹੈ ਆਪਾਂ ਅੱਜ ਸ਼ੁਰੂ ਕਰਦੇ ਹਾਂ। ਆਪਾਂ ਉਹਨਾਂ ਸ਼ਹੀਦਾਂ ਵਾਸਤੇ ਸਵਾਲ ਆਪਾਂ ਇੱਥੋਂ ਹੀ ਸ਼ੁਰੂ ਕਰ ਲੈਣੇ ਹੈਗੇ ਆ ਕਿ ਕੀ ਸਾਨੂੰ ਸ਼ਹੀਦਾਂ ਨੂੰ ਸਿਰਫ ਇੱਕ ਹਫ਼ਤਾ ਯਾਦ ਕਰਨਾ ਚਾਹੀਦਾ ਜਾਂ ਜਾਗਦੀਆਂ ਜ਼ਮੀਰਾਂ, ਜਾਗਦੇ ਸਿਰ ਜਿਹੜੇ ਨੇ ਉਹ ਉਹਨੂੰ 365 ਦਿਨ 30 ਦਿਨ ਯਾਦ ਕਰਦੇ ਹੀ ਕਰਦੇ ਨੇ? ਕੀ ਕਹਿਣਾ ਚਾਹੋਗੇ ਇਸ ਦੇ ਉੱਤੇ ਤੁਸੀਂ? ਦੇਖੋ ਕੁਲਜਿੰਦਰ ਸਿੰਘ, ਮੇਰਾ ਇਹ ਮੰਨਣਾ ਵੀ ਆਈਡੀਅਲੀ ਜਾਂ ਇਹ ਕਹਿ ਲਓ ਵੀ ਸਿਧਾਂਤਕ ਤੌਰ ਦੇ ਉੱਤੇ ਤਾਂ ਕੋਈ ਵੀ ਬੰਦਾ ਤੁਹਾਨੂੰ ਇਹ ਨਹੀਂ ਕਹੂਗਾ ਵੀ ਨਹੀਂ ਯਾਦ ਕਰਨੀ ਚਾਹੀਦੀ 365 ਦਿਨ। ਬਿਲਕੁਲ। ਪਰ ਅਮਲੀ ਤੌਰ ਦੇ ਉੱਤੇ, ਪ੍ਰੈਕਟੀਕਲੀ ਅਸੀਂ ਉਹ ਨਹੀਂ ਕਰਦੇ। ਚਾਹੇ ਉਹ ਮੈਂ ਆ, ਚਾਹੇ ਉਹ ਤੁਸੀਂ ਹੋ, ਭਾਵੇਂ ਅੱਜ ਅਸੀਂ 1984 ਦਾ ਜਿਹੜਾ ਉਹ ਘੱਲੂਘਾਰਾ, ਘੱਲੂਘਾਰੇ ਦੇ ਵਿੱਚ ਵੀ ਅਜੇ ਤੁਸੀਂ ਇਹ ਦੇਖ ਲਓ ਵੀ ਸਾਡੀਆਂ ਬਹੁਤ ਸਾਰੀਆਂ ਪਰਿਭਾਸ਼ਾਵਾਂ ਜਿਹੜੀਆਂ ਹੈਗੀਆਂ ਨੇ ਉਹ ਅਜੇ ਤੱਕ ਦ੍ਰਿੜ ਨਹੀਂ ਹੋਈਆਂ ਜੀ। ਵੀ ਸਾਡੇ ਮੂੰਹ ਦੇ ਵਿੱਚ ਉਹ ਚੀਜ਼ ਪਾਈ ਗਈ ਆ ਜਿਹੜੀ ਸਟੇਟ ਚਾਹੁੰਦੀ ਆ ਵੀ ਇਹ ਲੋਕ ਉਸ ਚੀਜ਼ ਨੂੰ, ਉਸ ਪ੍ਰਕਰਨ ਨੂੰ ਉਹਨਾਂ ਦੀ ਨਿਗਾਹ ਦੇ ਨੁਕਤਾ ਨਿਗਾਹ ਦੇ ਨਾਲ ਦੇਖਣ, ਉਹਨਾਂ ਦੇ ਜਿਹੜੇ ਪੈਮਾਨੇ ਨੇ ਉਹਨਾਂ ਦੇ ਨਾਲ ਇਹਨਾਂ ਸਾਰੀਆਂ ਜੋ ਸਾਕੇ ਹੋਏ ਨੇ, ਜੋ ਵਾਰਦਾਤਾਂ ਹੋਈਆਂ ਨੇ, ਜੋ ਇਨਸੀਡੈਂਟ ਹੋਏ ਨੇ, ਉਹਨਾਂ ਨੂੰ ਉਸ ਹਿਸਾਬ ਨਾਲ ਦੇਖਣ। ਹੁਣ ਚਲੋ ਇੱਕ ਗੱਲ ਵਧੀਆ ਤੁਸੀਂ ਇਹ ਕੀਤੀ ਵੀ ਘੱਲੂਘਾਰਾ ਵੀ ਜਿਹੜਾ 1984 ਦਾ ਸਾਡਾ ਤੀਸਰਾ ਘੱਲੂਘਾਰਾ ਹੋਇਆ, ਸਾਨੂੰ ਘੱਲੂਘਾਰੇ ਵਜੋਂ ਨਹੀਂ ਤਾਂ ਮੋਸਟਲੀ ਲੋਕ ਆਪਰੇਸ਼ਨ ਬਲੂ ਸਟਾਰ ਦੇਖੋ, ਆਪਰੇਸ਼ਨ ਬਲੂ ਸਟਾਰ ਜਿਹੜੀ ਸੀਗੀ ਉਹ ਸਟੇਟ ਦੀ ਇੱਕ ਕਾਰਵਾਈ ਸੀਗੀ। ਉਹਨਾਂ ਨੇ ਕੋਡ ਦਿੱਤਾ, ਇੱਕ ਆਪਣੀ ਕਾਰਵਾਈ ਫੌਜ ਨੂੰ, ਜਿਵੇਂ ਉਹ ਕਰਦੇ ਆ ਆਪਰੇਸ਼ਨ ਵੁੱਡਰੋਜ਼ ਹੋ ਗਿਆ, ਆਪਰੇਸ਼ਨ ਸ਼ਾਂਤੀ ਹੋ ਗਿਆ, 3600 ਤਰੀਕੇ ਦੇ ਨਾਲ ਉਹ ਉਹਨਾਂ ਨੂੰ ਦਿੰਦੇ। ਪਰ
ਜਿਹੜੀ ਸਾਡੀ ਬੀਇੰਗ ਸਿੱਖ, ਸਾਡੀ ਮਾਨਸਿਕਤਾ ਜਿਹੜੀ ਹੈਗੀ ਆ ਉਸ ਸਟੇਟ ਦੇ ਜਿਹੜਾ ਉਹਨਾਂ ਨੇ ਉਹ ਐਕਸ਼ਨ ਕੀਤਾ ਉਹਨੂੰ ਕਿਵੇਂ ਲੈਂਦੀ ਪਈ ਆ ਜੀ। ਵੀ ਕੀ ਜਦੋਂ ਪਹਿਲਾ ਘੱਲੂਘਾਰਾ, ਛੋਟਾ ਘੱਲੂਘਾਰਾ, ਵੱਡਾ ਘੱਲੂਘਾਰਾ ਹੋਇਆ ਸੀਗਾ, ਉਹਨਾਂ ਦੀ ਵੀ ਤਾਂ ਹੋ ਸਕਦਾ ਵੀ ਜਿਹੜੇ ਜਸਪਤ ਰਾਏ, ਲਖਪਤ ਰਾਏ ਉਹਨਾਂ ਨੇ ਇਹ ਕਿਹਾ ਵੀ ਅਸੀਂ ਤਾਂ ਸਿੱਖ ਮਾਰਨੇ ਆ ਜੀ, ਉਹਨਾਂ ਦਾ ਤਾਂ ਇਹੀ ਆਪਰੇਸ਼ਨ ਹੋਊਗਾ ਨਾ। ਪਰ ਸਾਡਾ ਘੱਲੂਘਾਰਾ ਸੀ। ਜਿਹੜੀ ਸਾਡੀ ਮਾਨਸਿਕਤਾ ਹੈਗੀ ਆ ਉਹ ਕਿਵੇਂ ਉਸ ਚੀਜ਼ ਨੂੰ ਦੇਖਦੀ, ਸਾਡੀ ਮਾਨਸਿਕਤਾ ਜਿਹੜੀ ਹੈਗੀ ਆ ਉਸ ਵਾਕਿਏ ਨੂੰ ਆਪਣੇ ਮਨਾਂ ਦੇ ਵਿੱਚ ਕਿਵੇਂ ਵਸਾਉਂਦੀ ਆ। ਮਨਾਂ ਦੇ ਵਿੱਚ ਵਸਾਉਣ ਦਾ ਮਤਲਬ ਇਹ ਹੁੰਦਾ ਵੀ ਕੱਲਾ ਇਹ ਨਹੀਂ ਵੀ ਸਾਡੇ ਮਨਾਂ ਦੇ ਵਿੱਚ ਵਸ ਗਈ ਤੇ ਅਸੀਂ ਉਹਨੂੰ ਕਿਵੇਂ ਰਿਐਕਟ ਕਰਦੇ ਆ, ਇੱਕ ਟੈਂਪਰੇਰੀ ਤੌਰ ਤੇ ਜਾਂ ਵਕਤੀ ਤੌਰ ਦੇ ਉੱਤੇ, ਇੱਕ ਜਿਹੜਾ ਦੂਰਗਾਮੀ ਉਹਦੇ ਨਤੀਜੇ ਕੀ ਨਿਕਲਦੇ ਆ, ਸਾਡੀਆਂ ਜਿਹੜੀਆਂ ਪਲੈਨਿੰਗ ਹੁੰਦੀਆਂ, ਜਿਹੜੀਆਂ ਸਾਡੀ ਜਿਹੜੀਆਂ ਇਹ ਦੂਰ ਦੀ ਇੱਕ ਸ਼ਾਰਟ ਪਲੈਨਿੰਗ ਹੁੰਦੀਆਂ ਤੇ ਇੱਕ ਲੌਂਗ ਟਰਮ ਪਲੈਨਿੰਗ ਹੁੰਦੀਆਂ, ਵੀ ਸਾਡੀਆਂ ਇੱਕ ਵੱਡੀ ਚੀਜ਼ ਨੂੰ ਲੈ ਕੇ ਸਾਡੀਆਂ ਜਿਹੜੀਆਂ ਪਲੈਨਿੰਗਸ ਕਿਵੇਂ ਉਹ ਹੋਈਆਂ ਨੇ ਉਹਨਾਂ ਸਾਕਿਆਂ ਦੇ ਵਿੱਚ, ਔਰ ਇਹਦੇ ਵਿੱਚ ਵੀ ਇਹੀ ਹੋਣੀ ਚਾਹੀਦੀ। ਔਰ ਮੈਨੂੰ ਇਹ ਚੀਜ਼ ਵਧੀਆ ਲੱਗਿਆ ਕਿ ਤੁਸੀਂ ਇਹਨੂੰ ਘੱਲੂਘਾਰਾ ਕਿਹਾ। ਦੂਸਰੀ ਗੱਲ ਇਹ ਕਿ ਵੀ 365 ਦਿਨ ਯਾਦ ਰੱਖਦੇ ਆ, ਤੇ ਮੈਨੂੰ ਇਹ ਲੱਗਦਾ ਹੈ ਵੀ ਜੇ ਮੈਂ ਇਮਾਨਦਾਰੀ ਦੇ ਨਾਲ ਕਹਿਣਾ ਹੋਵੇ ਆਪਣੇ ਤੌਰ ਦੇ ਉੱਤੇ ਤੇ ਮੈਂ ਸ਼ਾਇਦ ਨਹੀਂ ਰੱਖਦਾ। ਹਾਂ, ਅਸੀਂ ਗੱਲਾਂ ਜ਼ਰੂਰ ਹਰ ਰੋਜ਼, ਔਰ ਇਹ ਵੀ ਇਮਾਨਦਾਰੀ ਦੇ ਨਾਲ ਹੀ ਮੈਂ ਇਹ ਕਹਿ ਰਿਹਾ ਵੀ ਅਸੀਂ ਬਾਹਰਲੇ ਮੁਲਕਾਂ ਦੇ ਵਿੱਚ ਆਏ ਹੋਏ ਹਾਂ, ਸਾਨੂੰ ਪੰਜਾਬ ਦੇ ਨਾਲ ਹੋ ਸਕਦਾ ਸਾਡੇ ਤੋਂ ਜਾ ਹੋਵੇ, ਪੰਜਾਬ ਕਦੀ ਸਾਡੇ ਤੋਂ ਨਾ ਜਾ ਹੋ ਸਕੇ, ਹੋ ਸਕਦਾ ਅਸੀਂ ਉਸ ਧਰਤੀ ਨੂੰ ਕਦੀ ਮੱਥਾ ਟੇਕੀਏ ਜਾ ਕੇ ਜਾਂ ਨਹੀਂ ਟੇਕੀਏ ਜਾ ਕੇ। ਪਰ ਇੱਕ ਚੀਜ਼ ਮੈਂ ਇਹ ਵੀ ਇਮਾਨਦਾਰੀ ਦੇ ਨਾਲ ਕਹਿਣਾ ਵੀ ਆਪਣੇ ਤੌਰ ਤੇ, ਨਿੱਜੀ ਤੌਰ ਦੇ ਉੱਤੇ, ਕਿਉਂਕਿ ਤੁਸੀਂ ਸਵਾਲ ਇੱਕ ਸਮੂਹਿਕ ਤੌਰ ਦੇ ਉੱਤੇ ਕੀਤਾ, ਮੈਂ ਸਮੂਹਿਕ ਤੌਰ ਦੇ ਉੱਤੇ ਤੁਹਾਨੂੰ ਜਵਾਬ ਨਹੀਂ ਦੇ ਪਾਵਾਂਗਾ। ਹਾਂ, ਜਿੰਨੇ ਵੀ ਸਾਡੇ ਦਰਸ਼ਕ ਜਾਂ ਸਾਡੇ ਸਰੋਤੇ ਸੁਣਦੇ ਨੇ ਜਾਂ ਦੇਖਦੇ ਨੇ, ਉਹ ਆਪਣੀ ਸਵੈ ਪੜਚੋਲ ਜਿਹੜੀ ਹੈਗੀ ਆ ਉਹਦੇ ਚੋਂ ਕਰ ਸਕਦੇ ਨੇ ਕਿ ਵਾਕਈ ਉਹਨਾਂ ਨੂੰ 365 ਦਿਨ ਯਾਦ ਰਹਿੰਦਾ ਜਾਂ ਨਹੀਂ ਯਾਦ ਰਹਿੰਦਾ। ਪਰ ਠੀਕ ਹੈ, ਘੱਲੂਘਾਰਾ ਬੇਸ਼ੱਕ ਯਾਦ ਨਹੀਂ ਰਹਿੰਦਾ, ਪਰ ਉਸ ਘੱਲੂਘਾਰੇ ਦੇ ਅਸਰ ਜਿਹੜੇ 84 ਦੇ ਵਿੱਚ ਅੱਜ ਵੀ 36 ਸਾਲ ਹੋ ਗਏ ਨੇ, ਅੱਜ 36ਵਾਂ ਸਾਲ ਜਿਹੜਾ ਹੈਗਾ ਆ ਉਹ ਪੂਰਾ ਹੋਇਆ 2020 ਦੇ ਵਿੱਚ, ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਉਹ ਸਾਡੀਆਂ ਜਿਹੜੀਆਂ ਮਨੋਬਿਰਤੀਆਂ ਉਹਨਾਂ ਦੇ ਵਿੱਚ ਜਿਉਂਦੀ ਹੈ। ਜੇ ਮੈਂ ਇਹ ਸੋਚਦਾ ਹੁੰਦਾ ਵੀ ਜੇ ਘੱਟੋ ਘੱਟ ਮੈਂ ਰੋਜ਼ ਦੇ ਜੇ ਮੈਂ 12 ਘੰਟੇ ਵੀ ਜਾਗਦਾ ਤੇ ਮੈਨੂੰ ਇਹ ਲੱਗਦਾ ਵੀ ਸਾਡੀ 8-7 ਘੰਟੇ ਜਿਹੜੀ ਗੱਲਬਾਤ ਪੰਜਾਬ ਕਰਕੇ ਹੁੰਦੀ ਰਹਿੰਦੀ ਆ। ਔਰ ਇਹੀ ਕਾਰਨ ਆ ਕਿ ਪੰਜਾਬ ਦੇ ਲੋਕ, ਜਦੋਂ ਤੁਸੀਂ ਪੰਜਾਬ ਦੇ ਵਿੱਚ ਗੱਲ ਕਰਦੇ ਹੋ ਤੇ ਉਹ ਕਹਿੰਦੇ ਨੇ ਤੁਹਾਨੂੰ ਐਵੇਂ ਹੀ ਹੁੰਦਾ, ਸਾਨੂੰ ਤਾਂ ਇੱਥੇ ਪਤਾ ਨਹੀਂ ਹੁੰਦਾ। ਤੁਸੀਂ ਤਾਂ ਬਾਹਰ ਬੈਠੇ ਹੋ, ਤੁਸੀਂ ਉਦਾਂ ਹੀ ਗੱਲ ਕਰਦੇ ਹੋ, ਰਸਮੀ ਜੀ ਗੱਲ ਉਹ ਕਰ ਜਾਂਦੇ। ਹਾਂ, ਇਹ ਔਰ ਉਹਨਾਂ ਦਾ ਮਤਲਬ ਨਹੀਂ ਹੁੰਦਾ ਵੀ ਉਹ ਇਹ ਸਾਨੂੰ ਲਾ ਕੇ ਇਹ ਗੱਲ ਕਰਨੀ ਚਾਹੁੰਦੇ, ਪਰ ਉਹ ਦੱਸ ਜਾਂਦੇ ਨੇ। ਇਹਦਾ ਮਤਲਬ ਸਾਨੂੰ ਇਹ ਅਹਿਸਾਸ ਕਰਨਾ ਚਾਹੀਦਾ ਵੀ ਅੱਜ ਪੰਜਾਬ ਦੇ ਲਈ, ਅੱਜ ਸਿੱਖਾਂ ਦੇ ਲਈ, ਅੱਜ ਮੇਰੀ ਆਪਣੀ ਕੌਮ ਦੇ ਲਈ ਅਸੀਂ ਬਾਹਰ ਬੈਠੇ, ਅਸੀਂ ਜੇ ਇਹ ਕਹੀਏ ਵੀ ਹਰ ਇੱਕ ਬੰਦਾ, ਮੇਰਾ ਖਿਆਲ, ਜਿਹੜਾ ਹਿੰਦੁਸਤਾਨ ਦੀ ਗੁਲਾਮੀ ਤੋਂ ਬਾਹਰ ਆ ਕੇ ਵਸ ਗਿਆ, ਮੈਨੂੰ ਇਹ ਲੱਗਦਾ ਵੀ ਜਿਹੜਾ ਆਮ ਬੰਦਾ ਵੀ ਹੈਗਾ ਉੱਥੇ, ਜਿਹੜੇ ਪੰਜਾਬ ਦੇ ਵਿੱਚ ਸਾਡੇ ਜਿਹੜੇ ਆਪਣੇ ਆਪ ਨੂੰ ਕਹਿੰਦੇ ਨੇ ਕਿ ਅਸੀਂ ਚੰਗੇ ਘਰਾਂ ਤੋਂ ਨੇ, ਮੇਰਾ ਖਿਆਲ ਹੈ ਵੀ ਉਹਨਾਂ ਦਾ ਰਹਿਣ ਸਹਿਣ ਉਹ ਜਿਹਾ ਹੈਗਾ। ਉਹਨਾਂ ਦੇ, ਸਾਡੇ ਕੋਲ ਵਧੀਆ ਕਾਰਾਂ ਨੇ, ਸਾਡੇ ਕੋਲ ਵਧੀਆ ਘਰ ਨੇ, ਸਾਡੇ ਕੋਲ ਵਧੀਆ ਰਹਿਣ ਸਹਿਣ ਨੇ, ਸਾਡੇ ਬੱਚੇ ਜਿਹੜੇ ਨੇ ਵਧੀਆ ਸਕੂਲਾਂ ਦੇ ਵਿੱਚ ਪੜ੍ਹਦੇ ਕੀ ਨੇ ਕਿਉਂਕਿ ਸਰਕਾਰ ਉਹਨਾਂ ਨੂੰ ਪੜ੍ਹਾਉਂਦੀ ਆ ਜੀ। ਠੀਕ ਹੈ, ਸਾਡੀ ਜ਼ਿਹਨ ਦੇ ਵਿੱਚ ਇਹ ਹੈਗਾ ਵੀ ਕਿਉਂਕਿ ਸਾਡੀ ਜ਼ਿਹਨ ਦੇ ਵਿੱਚ ਕੋਈ ਹੋਰ ਕਿਸੇ ਤਰੀਕੇ ਦਾ ਦਬਾਅ ਨਹੀਂ ਹੈਗਾ ਜਿਹੜੇ ਦਬਾਅ ਉਹਨਾਂ ਮੁਲਕਾਂ ਦੇ ਵਿੱਚ ਹੈਗੇ ਨੇ। ਅੱਗੇ ਜਾ ਕੇ ਮੈਂ ਇਹ ਵੀ ਵੈਸੇ ਇਹ ਉਸ ਸਵਾਲ ਦਾ ਹਿੱਸਾ ਤਾਂ ਨਹੀਂ ਹੈ, ਪਰ ਮੈਨੂੰ ਇਹ ਲੱਗਦਾ ਕਿ ਜਦੋਂ ਤੁਸੀਂ ਸਵਾਲ ਕਰਦੇ ਆ, ਇਹ ਸਵਾਲ ਛੋਟੇ ਹੁੰਦੇ ਆ ਤੇ ਜਿਹੜੇ ਜਵਾਬ ਹੁੰਦੇ ਨੇ ਉਹਨਾਂ ਦੇ ਪਤਾ ਨਹੀਂ ਕਿਹੜੀ ਡਾਇਮੈਂਸ਼ਨ ਤੋਂ ਵੱਡੇ ਰੂਪ ਚ ਉਹਨੂੰ ਕਰਨਾ ਪੈ ਜਾਂਦਾ ਹੈ ਨਾ। ਵੀ ਇਹ ਕਿਉਂ, ਇਹ ਕੀ ਕਾਰਨ ਆ ਵੀ ਪੰਜਾਬ, ਇਹ ਤਾਂ ਹੈ ਨਹੀਂ ਸੀ ਵੀ ਪੰਜਾਬ ਸਮਰੱਥ ਨਹੀਂ ਸੀ ਜੀ। ਬਹੁਤ ਵਾਰ ਇਹ ਗੱਲਾਂ ਮੈਂ ਕੀਤੀਆਂ ਵੀ ਆ, ਖਾਸ ਤੌਰ ਦੇ ਉੱਤੇ ਘੱਲੂਘਾਰੇ ਦੇ ਨਾਲ ਬੇਸ਼ੱਕ ਇਹ ਡਾਇਰੈਕਟਲੀ ਲਿੰਕ ਨਾ ਵੀ ਹੋਣ ਜੀ, ਪਰ ਫਿਰ ਵੀ
ਇਹ ਅਸਰ ਅੰਦਾਜ਼ ਹੁੰਦੀਆਂ ਨੇ ਉਹਨਾਂ ਗੱਲਾਂ ਦੇ ਵਿੱਚ। ਜੇ ਅਸੀਂ ਘੱਲੂਘਾਰੇ ਦੀ ਚੀਜ਼, ਘੱਲੂਘਾਰੇ ਦੇ ਬਾਰੇ ਹੀ ਸੋਚਣਾ ਹੋਵੇ ਤਾਂ ਵੀ ਜਿਹੜਾ ਆਨੰਦਪੁਰ ਸਾਹਿਬ ਦਾ ਮਤਾ ਸੀ ਜੀ, ਜਿਹੜਾ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਹੁਣਾਂ ਨੇ ਸਭ ਤੋਂ ਪਹਿਲਾਂ ਜਿਹੜਾ ਬੇਸ ਬਣਿਆ ਉਹਦੇ ਵਿੱਚ ਕੀ ਪਾਣੀਆਂ ਦਾ ਇਸ਼ੂ ਨਹੀਂ ਸੀ। ਮੈਂ ਤਾਂ ਇਹ ਕਹਿਣਾ, ਜਦੋਂ ਅਸੀਂ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਦੀ ਗੱਲ ਕਰਨੀ ਆ ਜਾਂ ਸਾਕੇ ਦੀ ਗੱਲ ਕਰਨੀ ਜਾਂ ਘੱਲੂਘਾਰੇ ਦੀ ਗੱਲ ਕਰਨੀ ਆ, ਤੇ ਜੇ ਅਸੀਂ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਨੂੰ ਉਹਦੇ ਵਿੱਚੋਂ ਮਨਫੀ ਕਰਾਂਗੇ ਤੇ ਅਸੀਂ ਕਿਸੇ ਸਿੱਟੇ ਤੇ ਪਹੁੰਚ ਹੀ ਨਹੀਂ ਸਕਾਂਗੇ। 84 ਦੇ ਘੱਲੂਘਾਰੇ ਦੇ ਬਾਰੇ ਕਿਸੇ ਵੀ ਪਾਸੇ ਅਸੀਂ ਪਹੁੰਚ ਨਹੀਂ ਸਕਾਂਗੇ। ਬਹੁਤ ਸਾਰੇ ਲੋਕਾਂ ਦਾ ਇਹ ਮਨੌਤ ਬਣ ਚੁੱਕੀ ਆ। ਪੜ੍ਹੇ ਲਿਖੇ ਕਿਹਨੂੰ ਕਹਿੰਦੇ ਆ? ਹਾਂਜੀ ਜੀ, ਉਹਨੇ ਐਮਏ ਕੀਤੀ ਆ, ਉਹਨੇ ਬੀਐਸਸੀ ਡਿਗਰੀ ਕੀਤੀ ਆ, ਡਾਕਟਰ ਕੀਤੀ ਆ, ਇਹਨੂੰ ਕਹਿੰਦੇ ਆ ਅਸੀਂ। ਪਰ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਤਾਂ 10ਵੀਂ ਪਾਸ ਵੀ ਨਹੀਂ ਸੀਗੇ, ਪਰ ਉਹਨਾਂ ਦੇ ਜ਼ਿਹਨ ਦੇ ਵਿੱਚ ਪਾਣੀਆਂ ਦਾ ਇਸ਼ੂ ਕਿੱਥੇ ਆ ਗਿਆ? ਜਸਟ ਇਮੇਜਿਨ ਕਰਕੇ ਦੇਖੋ, 1984 ਦੇ ਵਿੱਚ ਕੋਈ ਪਾਣੀਆਂ ਦਾ, ਪੰਜਾਬ ਦੇ ਵਿੱਚ ਪਾਣੀ ਦੀ ਜਿਹੜੀ ਸਥਿਤੀ ਜਾਂ ਪਰਿਸਥਿਤੀ ਉਹ ਨਹੀਂ ਸੀ ਜਿਹੜੀ ਅੱਜ ਹੈ। ਬਿਲਕੁਲ। ਪਰ ਉਹਨਾਂ ਨੇ ਇੰਨੀ ਸ਼ਿੱਦਤ ਦੇ ਨਾਲ ਪਾਣੀਆਂ ਦਾ ਮੁੱਦਾ ਕਿਉਂ ਚੱਕਿਆ? ਉਹਨਾਂ ਦੀ ਇੰਨੀ ਲੰਬੀ ਵਿਜ਼ਨ ਕਿੱਥੋਂ ਆਈ ਆ? ਉਹ ਲੋਕਾਂ ਨੂੰ ਸਵਾਲ, ਇਹ ਸਾਡਾ ਸਵਾਲ ਉਹਨਾਂ ਲੋਕਾਂ ਨੂੰ ਆ ਜਿਹੜੇ ਸੋ ਕਾਲਡ ਜਿਹੜੇ ਇੰਟੈਲੈਕਚੁਅਲਸ ਇਹ ਕਹਿੰਦੇ ਨੇ, ਜਿਨ੍ਹਾਂ ਦੇ ਮੂੰਹ ਦੇ, ਜਿਨ੍ਹਾਂ ਦੀ ਜ਼ੁਬਾਨ ਦੇ ਉੱਤੇ ਇਹੀ ਗੱਲ ਹੁੰਦੀ ਪੜ੍ਹੇ ਲਿਖੇ। ਮੈਂ ਕਹਿੰਦਾ ਵੀ ਕਿੱਦਾਂ ਡਿਫਾਈਨ ਕਰੋਗੇ ਤੁਸੀਂ ਪੜ੍ਹੇ ਲਿਖੇ ਨੂੰ ਤੇ ਅਨਪੜ੍ਹ ਨੂੰ ਕਿੱਦਾਂ ਡਿਫਾਈਨ ਕਰੋਗੇ? ਹੁਣ ਜਿਹੜਾ ਬੰਦਾ ਜਿਹਨੇ ਕੈਮਿਸਟਰੀ ਦੀ ਐਮਐਸਸੀ ਕੀਤੀ ਆ, ਜਿਹਨੇ ਬਾਇਓਟੈਕਨੋਲੋਜੀ ਦੀ ਜਿਹਨੇ ਪੀਐਚਡੀ ਕੀਤੀ ਆ, ਕੋਈ ਜ਼ਰੂਰੀ ਤਾਂ ਨਹੀਂ ਹੈਗਾ ਉਹਨੂੰ ਲੋਕਾਂ ਦੇ ਆਮ ਮਸਲਿਆਂ ਦੇ ਨਾਲ ਕੋਈ ਉਹ ਰੂਬਰੂ ਹੋਵੇ ਜਾਂ ਕੋਈ ਸਮਝ ਹੋਈ ਹੋਵੇ। ਹੁਣ ਜਿਹੜਾ ਕੈਮਿਸਟਰੀ ਦੀ ਜਿਹਨੇ ਕਹਿ ਲਓ ਵੀ ਡਾਕਟਰੇਟ ਕੀਤੀ ਆ, ਉਹਨੂੰ ਹੋ ਸਕਦਾ ਜਿਹੜੀ ਫਿਜ਼ਿਕਸ ਦੀ ਸਮਝ ਨਾ ਹੋਵੇ ਜਾਂ ਬਾਇਓ ਦੀ ਸਮਝ ਨਾ ਹੋਵੇ। ਫਿਰ ਪੜ੍ਹਿਆ ਲਿਖਿਆ, ਉਹ ਤਾਂ ਇੱਕ ਸਬਜੈਕਟ ਦੇ ਵਿੱਚ ਪੜ੍ਹਿਆ ਲਿਖਿਆ ਹੋਇਆ। ਪਰ ਜਿਹੜੀ ਸਾਡੀ ਜ਼ਿੰਦਗੀ ਹੈਗੀ ਆ, ਜਿਹੜੀ ਸਾਡੀ ਜ਼ਿੰਦਗੀ ਦੀ ਇਬਾਰਤ ਹੈਗੀ ਆ, ਉਹ ਤਾਂ ਸਾਡੇ ਮਨੁੱਖੀ ਸੁਭਾਅ ਦੇ ਜਿਹੜੇ ਸਾਡੇ ਗੁਣ ਨੇ ਉਹਨਾਂ ਦੇ ਬੇਸ ਚੱਲਣੀ ਆ ਜੀ। ਤੁਸੀਂ ਕਿੱਦਾਂ ਦੂਸਰੇ ਨੂੰ ਇੱਜ਼ਤ ਦੇਣੀ ਆ, ਤੁਸੀਂ ਕਿੱਦਾਂ ਦੂਸਰੇ ਨਾਲ ਵਰਤਾਅ ਕਰਨਾ, ਤੁਸੀਂ ਸੋਸ਼ਲੀ, ਤੁਸੀਂ ਪੋਲੀਟੀਕਲੀ ਤੁਸੀਂ ਕਿੱਦਾਂ ਵਿਚਰਨਾ ਹੈਗਾ। ਉਹ ਜਿਹੜੀ ਸੈਂਸ ਸੀਗੀ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਦੇ ਵਿੱਚ ਸੀ। ਔਰ ਇਹੀ ਕਾਰਨ ਸੀ, ਜੇ ਦੁਨਿਆਵੀ ਤੌਰ ਦੇ ਉੱਤੇ ਕੋਈ ਵੀ ਜਿਹੜੇ ਸਾਡੇ ਸੋ ਕਾਲਡ ਜਿਹੜੇ ਇੰਟੈਲੈਕਚੁਅਲਸ ਨੇ, ਪੜ੍ਹੇ ਲਿਖੇ ਨੇ, ਜਿਹੜੇ ਆਪਣੇ ਆਪ ਨੂੰ ਬਹੁਤ ਉੱਚਾ ਸਮਝਦੇ, ਸੁੱਚਾ ਤਾਂ ਖੈਰ ਨਹੀਂ, ਉੱਚਾ ਸਮਝਦੇ ਨੇ, ਇਸ ਬਿਨਾਂ ਦੇ ਉੱਤੇ ਵੀ ਉਹਨਾਂ ਨੇ 5 7 10 12 15 ਸਾਲ ਜਿਹੜੇ ਹੁੰਦੇ ਆ 10ਵੀਂ ਤੋਂ ਬਾਅਦ, ਉਹ ਉਸ ਫੀਲਡ ਦੇ ਵਿੱਚ ਲਾਏ ਹੁੰਦੇ ਨੇ। ਮੈਂ ਹੁਣ ਇਹ ਕਹਿਣਾ ਕਿ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਦੇ ਨਾਲ ਆਈਐਸ ਬੰਦੇ ਵੀ ਜੁੜੇ ਹੋਏ ਸੀਗੇ, ਜਨਰਲ ਸ਼ਵੇਕ ਸਿੰਘ ਵਰਗੇ ਬੰਦੇ, ਜਨਰਲ ਸ਼ਵੇਕ ਸਿੰਘ ਵਰਗੇ ਉਹ ਬੰਦੇ, ਉਹ ਲੈਜੈਂਡ, ਜਿਨ੍ਹਾਂ ਦੇ ਕੋਲ ਉਸ ਸਮੇਂ ਦੇ ਵਿੱਚ ਜਿਹੜੀ ਉੱਥੋਂ ਦੀ ਸਰਕਾਰ, ਜਿਸ ਸਰਕਾਰ ਦੇ ਵਿਰੁੱਧ ਉਹ ਲੜੇ ਨੇ, ਜਿਸ ਸਰਕਾਰ ਦੇ ਨਾਲ ਡਟ ਕੇ ਉਹ ਖੜੇ ਨੇ, ਜਿਸ ਸਰਕਾਰ ਤੋਂ ਉਹਨਾਂ ਨੇ ਪਦਵੀਆਂ ਲਈਆਂ ਨੇ, ਜਿਸ ਸਰਕਾਰ ਤੋਂ ਉਹਨਾਂ ਨੇ ਇਨਾਮ ਲਏ ਨੇ, ਇਨਾਮ ਵੀ ਕਿਹੜੇ ਲਏ ਨੇ? ਅਤ ਵਿਸ਼ਿਸ਼ਟ ਸੇਵਾ ਪਦਕ, ਪਰਮ ਵਿਸ਼ਿਸ਼ਟ ਸੇਵਾ ਪਦਕ ਜਨਰਲ ਸ਼ਵੇਕ ਸਿੰਘ ਦੀ ਛਾਤੀ ਦੇ ਉੱਤੇ ਸੌਂਦੇ ਸੀਗੇ। ਜਨਰਲ ਸ਼ਵੇਕ ਸਿੰਘ ਦੀ ਛਾਤੀ ਦੇ ਉੱਤੇ ਡੈਕੋਰੇਟਡ ਸੀਗੇ। ਕੀ ਕਾਰਨ ਸੀਗੇ ਵੀ ਜਨਰਲ ਸ਼ਵੇਕ ਸਿੰਘ ਵਰਗੇ ਜਿਹੜੇ ਬੰਦੇ ਨੇ, ਪੜ੍ਹੇ ਲਿਖੇ, ਹੁਣ ਉਹਨਾਂ ਦੀ ਸੈਂਸ ਦੇ ਵਿੱਚ ਜਿਹੜੇ ਜਿਹੜਾ ਸਾਡਾ ਉਹ ਤਬਕਾ ਹੈਗਾ ਜਿਹੜਾ ਪੜ੍ਹਿਆ ਲਿਖਿਆ ਤੇ ਅਨਪੜ੍ਹ ਦੇ ਵਿੱਚ ਡਿਫਰੈਂਸ਼ੀਏਟ, ਇੱਕ ਖਾਈ ਜਿਹੜੀ ਹੈਗੀ ਆ, ਉਹਨਾਂ ਨੇ ਕ੍ਰੀਏਟ ਕਰ ਦਿੱਤੀ। ਮੈਂ ਇਹ ਪੁੱਛਣਾ ਚਾਹੁੰਦਾ ਵੀ ਉਹ ਕੀ ਚੀਜ਼ ਸੀਗੀ ਵੀ ਜਨਰਲ ਸ਼ਵੇਕ ਸਿੰਘ ਵਰਗੇ ਜਿਹੜੇ ਬੰਦੇ ਨੇ, ਉਹ ਸੰਤ ਬਾਬਾ ਜਰਨੈਲ ਸਿੰਘ ਦੀਆਂ ਗੱਲਾਂ ਤੋਂ, ਉਹਨਾਂ ਦੀ ਸੋਚ ਤੋਂ ਕੀਲੇ ਗਏ ਸੀ। ਜਰਨੈਲਾਂ ਦੇ ਜਰਨੈਲ ਤੇ ਉਹ ਵੀ ਇੱਕ ਕੌਮ ਦੇ ਜਰਨੈਲ ਦੇ ਨਾਲ ਆ ਕੇ ਜੁੜ ਗਏ ਸੀਗੇ। ਫਿਰ ਹੋਰ ਬਹੁਤ ਸਾਰੇ, ਜੇ ਹੁਣ ਅੱਜ ਅਸੀਂ ਉਹ ਤੋਂ ਬਾਅਦ ਵੀ ਬੇਸ਼ੁਮਾਰ ਡਾਕਟਰ, ਬੇਸ਼ੁਮਾਰ ਇੰਜੀਨੀਅਰ, ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਦੀ ਜਿਹੜੀ ਚਲਾਈ ਹੋਈ ਇੱਕ ਮੂਵਮੈਂਟ ਸੀਗੀ, ਉਹਦੇ ਵਿੱਚ ਆ ਕੇ ਜੁੜੇ ਨੇ। ਉਹਨਾਂ ਦੇ ਵਿੱਚ ਬੜੇ ਵੱਡੇ ਨਾਂ ਆਉਂਦੇ ਨੇ। ਡਾਕਟਰ ਪ੍ਰੀਤਮ ਸਿੰਘ ਸੇਖੋਂ ਹੈਗੇ ਆ, ਡਾਕਟਰ ਦਲਜੀਤ ਸਿੰਘ ਬਿੱਟੂ ਵਰਗੇ ਜਿਹੜੇ ਬੰਦੇ ਨੇ, ਉਹ ਉਸੇ 'ਚ ਡਾਕਟਰ ਦਰਸ਼ਪ੍ਰੀਤ ਸਿੰਘ, ਕਿਉਂਕਿ ਮੈਂ ਉਹਨਾਂ ਦੀ ਗੱਲ ਕਰਦਾ ਵੀ ਜਿਨ੍ਹਾਂ ਦੇ ਨਾਲ ਜਿਹੜੇ ਸਾਡੀ ਯੂਨੀਵਰਸਿਟੀ ਤੋਂ ਸੀਗੇ, ਜਿਨ੍ਹਾਂ ਨੂੰ ਅਸੀਂ ਇਹ ਜਾਣਦੇ ਹਾਂ ਵੀ ਵਾਕਈ ਜਿਹੜੀਆਂ ਯੂਨੀਵਰਸਿਟੀ ਦੇ ਵਿੱਚ ਜਿਹੜੇ ਟੌਪ ਦੇ ਉੱਤੇ ਉਹ ਕਿੱਦਾਂ ਆਉਂਦੇ ਨੇ। ਸਾਨੂੰ ਪਤਾ ਵੀ ਇਹ ਸਾਰੇ ਜਿਹੜੇ ਮੈਂ ਨਾਂ ਲਏ ਨੇ,
ਉਹਨਾਂ ਯੂਨੀਵਰਸਿਟੀਆਂ ਦਾਖਲਾ ਲੈਣੀ ਬਹੁਤ ਵੱਡੀ ਗੱਲ ਹੋ ਜਾਂਦੀ ਆ, ਤੇ ਉਹ ਬੰਦੇ ਵੀ ਉਸ ਸੋਚ ਦੇ ਨਾਲ ਕਿਵੇਂ ਜੁੜੇ। ਈਵਨ ਕਿ ਮੈਂ ਇੱਥੇ ਗੱਲ ਤੁਹਾਡੇ ਨਾਲ ਜੋੜਨੀ ਚਾਹਾਂਗਾ, ਖੱਬੇ ਪੱਖੀਆਂ ਵਾਲੇ ਬੰਦੇ ਵੀ ਹੈਗੇ ਜਿਹੜੇ ਬਿਲਕੁਲ ਇਸ ਚੀਜ਼ ਦਾ ਉਹਨਾਂ ਦੀ ਮੌਜੂਦਗੀ ਦੇ ਵਿੱਚ ਵਿਰੋਧ ਕਰਦੇ ਰਹੇ ਨੇ, ਉਹ ਵੀ ਲੋਕ ਜਿਹੜੇ ਨੇ ਉਹਨਾਂ ਦੀ ਸ਼ਹੀਦੀ ਤੋਂ ਬਾਅਦ ਇਹ ਚੀਜ਼ ਮਹਿਸੂਸ ਕਰ ਗਏ ਕਿ ਕਿਹੜੀ ਐਸੀ ਗੱਲ ਸੀ, ਕਿੱਥੇ ਉਹ ਖੜੇ ਸੀ, ਕੀ ਉਹਨਾਂ ਦਾ ਸਟੈਂਡ ਸੀ ਤੇ ਕਿਉਂ ਉਹਨਾਂ ਨੇ ਕੀਤਾ। ਫਿਰ ਉਹਨਾਂ ਨੂੰ ਸਮਝ ਆਈ ਇਹ ਉਹਨਾਂ ਦੀ ਸ਼ਹੀਦੀ ਤੋਂ ਬਾਅਦ। ਸੋ ਜਿਸ ਤਰ੍ਹਾਂ ਆਪਾਂ ਹਰਪ੍ਰੀਤ ਸਿੰਘ ਨਾਲ ਬੜੀ ਲੰਬੀ ਚੌੜੀ ਗੱਲਬਾਤ ਕੀਤੀ, ਉਹਨਾਂ ਨੇ ਸਾਰੇ ਨੂੰ ਬੜੀ ਡਿਟੇਲ ਦੇ ਨਾਲ ਬੜੇ ਖੁੱਲੇ ਰੂਪ ਦੇ ਵਿੱਚ ਆਪਣੇ ਵਿਚਾਰਾਂ ਦੇ ਰਾਹੀਂ ਤੁਹਾਡੇ ਅੱਗੇ ਰੱਖਿਆ ਹੈਗਾ। ਕੁਝ ਸਵਾਲ ਪੈਦਾ ਹੋਏ ਉੱਥੋਂ, ਕੁਝ ਬਹੁਤ ਸਾਰੇ ਸਵਾਲ ਸਾਨੂੰ ਸਵੈ ਪੜਚੋਲ ਕਰਨ ਦੀ ਵੀ ਜ਼ਰੂਰਤ ਹੈਗੀ ਆ। ਸਰਦਾਰ ਹਰਪ੍ਰੀਤ ਸਿੰਘ ਜੀ, ਜਿੱਦਾਂ ਆਪਾਂ ਗੱਲ ਉੱਥੋਂ ਹੀ ਆਪਾਂ ਸ਼ੁਰੂ ਕਰ ਲੈਂਦੇ ਹਾਂ ਕਿ ਇਹੀ ਮੈਂ ਤੁਹਾਡੇ ਕੋਲ ਸਵਾਲ ਕਰਨਾ ਸੀਗਾ ਕਿ ਕਿਹੜੀ ਉਹਨਾਂ ਕੋਲ ਕੋਈ ਐਸੀ ਚੀਜ਼ ਸੀ, ਕਿਹੜੀ ਉਹਨਾਂ ਦੇ ਵਿੱਚ ਅਟਰੈਕਸ਼ਨ ਸੀ, ਕਿਹੜੀ ਉਹਨਾਂ ਦੀ ਵਿਜ਼ਨ ਸੀ ਕਿ ਬੜੇ ਵੱਡੇ ਲੋਕ ਵੀ ਉਹਨਾਂ ਤੋਂ ਪ੍ਰਭਾਵਿਤ ਹੋ ਜਾਂਦੇ ਸੀ। ਈਵਨ ਦੈਨ ਕਿ ਏਜੰਸੀਆਂ ਦੇ ਕਈ ਬੰਦੇ ਜਦੋਂ ਉਹ ਸਾਰਾ ਕੁਝ ਹੋ ਨਿਬੜਿਆ, ਸਾਰਾ ਕੁਝ ਹੋਣ ਦੇ ਬਾਵਜੂਦ ਬਾਅਦ ਵਿੱਚ ਉਹਨਾਂ ਲੋਕਾਂ ਨੇ ਇਹ ਰੀਅਲਾਈਜ਼ ਕੀਤਾ ਆਪਣੀਆਂ ਕਿਤੇ ਨਾ ਕਿਤੇ, ਕਹਿੰਦੇ ਕਿ ਨੈਗੇਟਿਵਿਟੀ, ਸਾਰੀ ਨੈਗੇਟਿਵਿਟੀ ਵੀ ਭਰੀ ਹੋਵੇ, ਉਹਦੇ ਚੋਂ ਵੀ ਕੁਛ ਨਾ ਕੁਛ ਪੋਜ਼ਿਟਿਵ ਜਾਂ ਕੁਛ ਨਾ ਕੁਛ ਚੰਗੀ ਗੱਲ ਉਹ ਜਾਂਦੇ ਲਿਖ ਜਾਂਦੇ ਨੇ, ਜਾਂ ਉਹ ਕਿਸੇ ਪੱਖ 'ਚ ਲਿਖ ਜਾਂਦੇ ਨੇ। ਤੇ ਬਹੁਤ ਸਾਰਾ ਕੁਝ ਇਹੋ ਜਿਹਾ, ਕੁਝ ਬਹੁਤ ਸਾਰੇ ਹੋਰ ਬੰਦੇ ਬਾਅਦ ਵਿੱਚ ਜਦੋਂ ਉਹ ਐਜ਼ ਏ ਰਾਈਟਰ ਉਹਨਾਂ ਨੇ ਬਹੁਤ ਕੁਝ ਲਿਖਿਆ, ਫਿਰ ਉਹਨਾਂ ਨੇ ਸੰਤਾਂ ਦੀ ਵਿਜ਼ਨ ਨੂੰ ਬੜੇ ਖੁੱਲੇ ਰੂਪ ਦੇ ਵਿੱਚ ਜਿਹੜਾ ਪ੍ਰਗਟ ਕੀਤਾ। ਸੋ ਆਪਾਂ ਉੱਥੋਂ ਹੀ ਸ਼ੁਰੂ ਕਰਦੇ ਹਾਂ ਕਿ ਕਿਹੜਾ ਕਾਰਨ ਸੀ, ਜਦੋਂ ਤੁਸੀਂ ਜਨਰਲ ਸਵੇਗ ਸਿੰਘ ਹੋਣਾ ਦੀ ਗੱਲ ਕੀਤੀ, ਜਾਂ ਹੋਰ ਬਹੁਤ ਸਾਰੇ ਲੋਕ ਜਿਨ੍ਹਾਂ ਦੇ ਤੁਸੀਂ ਭਾਈ ਅਮਰੀਕ ਸਿੰਘ ਜਿਹੜੇ ਉਹ ਵੀ ਪੜ੍ਹੇ ਲਿਖੇ ਸੀਗੇ, ਬਿਲਕੁਲ ਉਹਨਾਂ ਦੇ ਨਾਲ ਸੀਗੇ, ਜਾਂ ਬਹੁਤ ਸਾਰੇ ਹੋਰ ਵੀ ਲੋਕ ਸੀਗੇ ਜਿਹੜੇ ਉਹਨਾਂ ਦੇ ਨਾਲ ਜਿਹੜੇ ਜੁੜੇ ਸੀਗੇ। ਉਹ ਕਲਮ ਦੇ ਨਾਲ ਜਾਂ ਹਥਿਆਰ ਦੇ ਨਾਲ ਕਲਮ ਵੀ ਚਲਾਉਣਾ ਜਾਣਦੇ ਸੀਗੇ। ਸੋ ਜਿਹੜਾ ਤੁਸੀਂ ਇਹ ਸਵਾਲ ਕੀਤਾ ਵੀ ਕਿਹੜੀ ਚੀਜ਼ ਸੀਗੀ ਸੰਤਾਂ ਦੇ ਵਿੱਚ, ਅਗੇਨ ਜਿਹੜੇ ਅਸੀਂ ਆਮ ਲੋਕ ਆ, ਅਸੀਂ ਜਿਹੜੀ ਸੱਚ ਨੂੰ ਆ ਉਹ 1-2 ਡਾਇਮੈਂਸ਼ਨਸ ਦੇ ਵਿੱਚ ਹੀ ਦੇਖਦੇ ਹਾਂ। ਇਹ ਪੈਰਾਮੀਟਰ ਛੋਟਾ ਜਿਹਾ 2D ਹੈਗਾ, 3D ਹੈਗਾ, ਸਪੈਕਟਰਮ ਕਿਹੜੇ ਡਾਇਮੈਂਸ਼ਨ ਦੇ ਵਿੱਚ। ਜਿਹੜੀਆਂ ਇਹੋ ਜਿਹੀਆਂ ਸ਼ਖਸੀਅਤਾਂ ਹੁੰਦੀਆਂ ਜਿਹੜੀਆਂ ਇਤਿਹਾਸ ਨੂੰ ਮੋੜਾ ਦੇਣ ਦੀ ਕਾਬਲੀਅਤ ਰੱਖਦੀਆਂ ਹੁੰਦੀਆਂ, ਉਹਨਾਂ ਦੇ ਕਿਰਦਾਰ ਨੂੰ ਆਂਕਣਾ, ਉਹਨਾਂ ਦੇ ਕਿਰਦਾਰ ਨੂੰ ਸਮਝਣਾ ਸਾਡੇ ਵਰਗੇ ਲੋਕਾਂ ਦੇ ਵੱਸ ਦੀ ਗੱਲ ਨਹੀਂ ਹੈਗੀ। ਅਸੀਂ ਤਾਂ ਉਨੀ ਕੁ ਗੱਲ ਕਰ ਸਕਦੇ ਹੁੰਨੇ ਆ ਜਿੰਨੀ ਕੁ ਗੱਲ ਸਾਡੇ ਐਂਟੀਨੇ ਜਿਹੜੇ ਨੇ ਉਹ ਕੈਚ ਕਰਦੇ ਜੀ। ਕਿਸੇ ਦਾ ਐਂਟੀਨਾ ਜਿਹੜਾ ਹੈਗਾ 680 ਹਰਟਸ ਨੂੰ ਕੈਚ ਕਰਦਾ, ਕਿਸੇ ਨੂੰ 1320, ਪਰ ਸਮੁੱਚੇ ਰੂਪ ਦੇ ਵਿੱਚ ਜਿਹੜਾ ਪੂਰੇ ਦਾ ਪੂਰਾ ਇੱਕ ਸਿਸਟਮ ਆ ਰੇਡੀਓ ਦਾ, ਉਹ ਸਿਰਫ 2-3 ਫ੍ਰੀਕੁਐਂਸੀਆਂ ਦੇ ਉੱਤੇ ਨਹੀਂ ਹੈਗਾ, ਉਹਦੇ ਵਿੱਚ ਬੇਸ਼ੁਮਾਰ ਫ੍ਰੀਕੁਐਂਸੀਆਂ ਨੇ, ਔਰ ਕਈ ਬੰਦੇ ਉਹ ਨੇ ਜਿਨ੍ਹਾਂ ਦੇ ਕੋਲ ਸਮਰੱਥਾ ਹੈਗੀ ਉਹਨਾਂ ਨੂੰ ਵੀ ਸਮਝਣ ਦੀ ਹੈਗੀ। ਉਹ ਇੱਕ ਸਿਸਟਮ, ਉਹ ਇੱਕ ਸੰਸਥਾ ਬਣ ਜਾਂਦੇ। ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਇੱਕ ਸੰਸਥਾ ਦੇ ਰੂਪ ਦੇ ਵਿੱਚ ਅੱਗੇ ਆਏ ਨੇ, ਜਿਨ੍ਹਾਂ ਦਾ ਜੇ ਅਧਿਆਤਮਿਕ ਅਸੀਂ ਪੱਧਰ ਦੇਖਦੇ ਹਾਂ ਉਹਨੂੰ, ਜਿਨ੍ਹਾਂ ਦੀ ਰੂਹਾਨੀਅਤ, ਜਿਨ੍ਹਾਂ ਦੀ ਇੱਕ ਸਿਆਸੀ ਸੋਚ, ਜਾਂ ਮੈਂ ਕਹੂੰਗਾ ਕਿ ਉਹ ਮਹਾਰਤ ਸੀ, ਉਸ ਸੋਚ ਦੇ ਵਿੱਚ ਇੱਕ ਮਹਾਰਤ ਸੀ। ਉਹ ਦੇਖ ਕੇ ਸਮਝ ਸਕਦੇ ਸੀਗੇ ਕਿ ਇਹ ਬੰਦਾ ਕਿਸ ਲੈਵਲ ਦੇ ਉੱਤੇ, ਕਿਸ ਚੈਨਲ ਤੋਂ ਉਹ ਬੋਲ ਰਿਹਾ। ਬਹੁਤ ਵਾਰ ਇਹ ਚੀਜ਼ਾਂ ਅੱਗੇ ਆਉਂਦੀਆਂ ਨੇ। ਮੈਨੂੰ ਜਿਹੜਾ ਸਮੁੱਚੇ ਰੂਪ, ਜਿੰਨੀ ਕਿ ਮੇਰੀ ਅਕਲ ਜਾਂ ਮੇਰੀ ਸਮਰੱਥਾ ਜਿਹੜੀ ਹੈਗੀ ਆ, ਜੋ ਉਸ ਚੀਜ਼ ਦੇ ਵਿੱਚ ਆਉਂਦੀ ਆ, ਪਕੜ ਦੇ ਵਿੱਚ ਆਉਂਦੀ ਆ, ਮੈਨੂੰ ਇਹ ਪਕੜ ਦੇ ਵਿੱਚ ਆਉਂਦੀ ਆ ਕਿ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੇ ਕੋਲ ਮਹਿਸੂਸ ਕਰਨ ਦੀ ਤਾਕਤ ਸੀ ਜੀ। ਦੋ ਤਾਕਤਾਂ ਨੇ, ਇੱਕ ਸਮਝਣ ਦੀ ਤਾਕਤ, ਜਾਣਨ ਦੀ ਤਾਕਤ। ਮੈਂ ਸ਼ਬਦ ਅਡੰਬਰੀ ਹੋ ਸਕਦਾ, ਮੇਰੇ ਕੋਲ ਨੌਲੇਜ ਹੋ ਸਕਦੀ, ਮੈਨੂੰ ਅੰਕੜਿਆਂ ਦਾ ਪਤਾ ਹੋ ਸਕਦਾ, ਮੈਨੂੰ ਕਿਤਾਬੀ ਗਿਆਨ ਹੋ ਸਕਦਾ, ਪਰ ਉਸ ਗਿਆਨ ਦੇ ਵਿੱਚ ਉਹ ਜਿਹੜੀ ਮਹਿਸੂਸਣ ਦੀ ਪ੍ਰਵਿਰਤੀ ਆ ਉਹ ਮੰਨਫੀ। ਜਦੋਂ ਤੁਹਾਡੇ ਵਿੱਚ ਮਹਿਸੂਸਣ ਦੀ ਜਿਹੜੀ ਸ਼ਕਤੀ ਆ ਉਹ ਮੰਨਫੀ ਆ, ਤੇ ਜਿਹੜਾ ਤੁਹਾਡਾ ਨੈਰੇਟਿਵ ਹੋਊਗਾ, ਜਿਹੜਾ ਤੁਹਾਡਾ ਬਿਰਤਾਂਤ ਹੋਊਗਾ, ਜਿਹੜਾ ਉਹ
ਉਹਨਾਂ ਸਮੁੱਚੇ ਰੂਪ ਦੇ ਵਿੱਚ ਲੋਕਾਂ ਨੂੰ ਹਿੱਟ ਨਹੀਂ ਕਰ ਪਾਊਗਾ, ਪ੍ਰਭਾਵਿਤ ਹੀ ਨਹੀਂ ਕਰ ਪਾਊਗਾ ਜੀ, ਨਹੀਂ ਕਰ ਪਾਊਗਾ। ਔਰ ਜੇ ਅਸੀਂ ਇਹ ਨਹੀਂ ਹੈਗਾ ਕਿ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਵਰਗੀ ਕੋਈ ਤਕਰੀਰ ਨਹੀਂ ਕਰ ਸਕਦਾ ਹੋਊਗਾ, ਬਹੁਤ ਹੋਣੇ ਨੇ ਜਿਹੜੇ ਇਹ ਕਰ ਸਕਦੇ, ਪਰ ਉਹਨਾਂ ਦੇ ਵਿੱਚ ਉਸ ਗੱਲ ਨੂੰ ਮਹਿਸੂਸਣ ਦਾ ਮਾਦਾ ਜਿਹੜਾ ਹੈਗਾ ਉਹ ਮੰਨਫੀ ਆ। ਨਹੀਂ ਤਾਂ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ, ਜੇ ਤੁਸੀਂ ਉਹਨਾਂ ਦੀਆਂ ਇੰਟਰਵਿਊਜ਼ ਦੇਖਦੇ ਆ, ਜਿਨ੍ਹਾਂ ਦੇ ਵਿੱਚ ਜਿਹੜੀ ਇੰਟਰਵਿਊ ਦਾ ਮੈਂ ਹਵਾਲਾ ਦੇਣਾ ਚਾਹੁੰਦਾ ਜੀ, ਵੀ ਕੋਈ ਸਾਧ ਉਹਨਾਂ ਦੇ ਕੋਲ ਆਉਂਦਾ ਤੇ ਨਾਲ ਉਹ ਇੰਗਲਿਸ਼ 'ਚ ਗੱਲ ਕਰ ਰਿਹਾ, ਬਿਲਕੁਲ, ਤੇ ਨਾਲ ਜਿਹੜੇ ਨੇ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੇ ਨਾਲ ਨੇ ਜਿਹੜੇ ਕੋਈ ਬੰਦੇ, ਉਹ ਇਹ ਪ੍ਰੋਮਿਸ ਲੈ ਰਿਹਾ ਕਿਸੇ ਗੱਲ ਦਾ। ਮੈਂ ਗੱਲ ਨੂੰ ਸਿਰਫ ਇੱਕ ਐਗਜ਼ਾਮਪਲ ਮਾਤਰ ਇਹ ਲਿਆਉਣਾ ਚਾਹੁੰਦਾ, ਮੈਂ ਇਹ ਨਹੀਂ ਦੱਸਣਾ ਚਾਹੁੰਦਾ ਵੀ ਉਹਨਾਂ ਨੇ ਕਿਹੜੀ ਗੱਲ ਕੀਤੀ ਸੀਗੀ। ਤੇ ਉਹ ਜਦੋਂ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੇ ਇਹ ਸੁਣਿਆ ਵੀ ਪ੍ਰੋਮਿਸ ਦੀ ਕੋਈ ਗੱਲ ਕਰ ਰਿਹਾ, ਤੇ ਉਹਨਾਂ ਨੇ ਉੱਤੇ ਟੋਕ ਦਿੱਤਾ ਵੀ ਮੈਨੂੰ ਮੇਰੇ ਬਿਹਾਫ ਦੇ ਉੱਤੇ ਤੁਸੀਂ ਕੋਈ ਪ੍ਰੋਮਿਸ ਨਹੀਂ ਕਰਨਾ, ਕਿਉਂਕਿ ਮੇਰਾ ਜਿਹੜਾ ਪ੍ਰੋਮਿਸ ਮੈਂ ਕੀਤਾ ਉਹ ਮੈਂ ਤੋੜਨਾ ਨਹੀਂ ਹੈਗਾ। ਤੇ ਇਹ ਨਾ ਹੋਵੇ ਕਿ ਦੁਨੀਆ ਦੇ ਵਿੱਚ ਇਹ ਗੱਲ ਜਾਵੇ ਤਾਂ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੇ ਪ੍ਰੋਮਿਸ ਕੀਤਾ ਸੀ। ਇਹ ਮੈਂ ਕਹਿ ਰਿਹਾ, ਮਹਿਸੂਸਣ ਦੀ ਜਿਹੜੀ ਤਾਕਤ, ਮਹਿਸੂਸਣ ਦੀ ਜਿਹੜੀ ਪ੍ਰਵਿਰਤੀ, ਉਹ ਕਿੰਨੀ ਕਿਆ, ਮਹਿਸੂਸਣ ਦਾ ਮਾਦਾ ਕਿੰਨਾ ਕੀ ਹੈਗਾ। ਔਰ ਮੈਨੂੰ ਇਹ ਲੱਗਦਾ ਕਿ ਇਸੇ ਚੀਜ਼ ਕਰਕੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਹਰ ਇੱਕ ਦੀ ਰੂਹ ਨੂੰ ਟੁੰਬ ਸਕੇ। ਔਰ ਅੱਜ ਦੇ ਦਿਨ ਵੀ ਜੇ ਅਸੀਂ ਇਹ ਚੀਜ਼ ਲਾਉਂਦੇ ਆ ਵੀ ਉਸ ਸਟੇਟ ਦਾ, ਉਸ ਅਪਰੈਸਿਵ ਜਿਹੜੀ ਸਟੇਟ ਆ, ਜ਼ਾਲਮ ਸਟੇਟ ਜਿਹਨੂੰ ਹਿੰਦੁਸਤਾਨ ਕਹਿੰਦੇ ਆ, ਉਸ ਸਟੇਟ ਦਾ ਬਿਲੀਅਨਸ ਆਫ ਡਾਲਰ ਜਿਹੜਾ ਹੈਗਾ ਸੰਤਾਂ ਦੀ ਇਮੇਜ ਟਾਰਨਿਸ਼ ਕਰਨ ਨੂੰ ਲੱਗ ਗਿਆ। ਅੱਜ ਤੱਕ ਵੀ ਜਿਹੜੇ, ਚਾਹੇ ਕਿਸੇ ਨੇ ਜੈਲ ਲਾਈ ਆ, ਚਾਹੇ ਕਿਸੇ ਨੇ ਨੱਤੀਆਂ ਪਾਈਆਂ, ਚਾਹੇ ਕਿਸੇ ਨੇ ਗਾਤਰਾ ਪਾਇਆ, ਚਾਹੇ ਕੋਈ ਸਿੱਖ ਸਰੂਪ ਦੇ ਵਿੱਚ ਹੈਗਾ, ਚਾਹੇ ਕੋਈ ਸਿੱਖ ਸਰੂਪ ਦੇ ਵਿੱਚ ਨਹੀਂ ਹੈਗਾ, ਪਰ ਫੇਰ ਵੀ ਅੱਜ ਉਹ ਆਪਣੀਆਂ ਟੀ-ਸ਼ਰਟਾਂ ਦੇ ਉੱਪਰ, ਆਪਣੀਆਂ ਗੱਡੀਆਂ ਦੇ ਉੱਤੇ ਸੰਤਾਂ ਦੀ ਫੋਟੋ ਲਾ ਕੇ ਮਾਣ ਮਹਿਸੂਸ ਕਰਦੇ। ਉਹ ਦਿਲ ਚੋਂ ਕੱਢ ਨਹੀਂ ਪਾਏ ਗਵਰਨਮੈਂਟ। ਅੱਜ ਉਹਨਾਂ ਦੀਆਂ, ਅੱਜ ਵੀ ਇੰਡੀਅਨ ਗਵਰਨਮੈਂਟ ਦੀਆਂ ਚੀਕਾਂ। ਇੱਕ ਫੋਟੋ ਮੈਂ ਐਗਜ਼ਾਮਪਲ ਦੇਣਾ ਚਾਹਾਂਗਾ ਕਿ ਮੈਂ ਕੱਲ ਫੇਸਬੁੱਕ ਦੇ ਉੱਤੇ ਦੇਖ ਰਿਹਾ ਸੀਗਾ, ਤੁਸੀਂ ਵੀ ਸ਼ਾਇਦ ਦੇਖਿਆ ਹੋਣਾ, ਆਪਣੇ ਇੱਕ ਸਿੰਗਰ ਹੈ ਕੌਰ ਬੀ ਕਰਕੇ, ਉਹਨਾਂ ਨੇ ਸੰਤਾਂ ਦੀ ਫੋਟੋ ਲਾ ਦਿੱਤੀ, ਤੇ ਉਹ ਫੋਟੋ ਦੇ ਉੱਤੇ ਥੱਲੇ ਮੈਂ ਕਮੈਂਟ ਪੜ੍ਹੇ ਤੇ ਬਹੁਤ ਸਾਰੇ ਬੰਦਿਆਂ ਨੇ ਉਹਨੂੰ ਜਵਾਬ ਦਿੱਤਾ ਕਿ ਮੈਂ ਤੈਨੂੰ ਆਪਣੀ ਫੇਸਬੁੱਕ ਤੋਂ ਡਿਲੀਟ ਕਰ ਦੇਣਾ ਕਿਉਂਕਿ ਤੂੰ ਸੰਤਾਂ ਦੀ ਫੋਟੋ ਲਾਈ ਆ। ਹਾਲਾਂਕਿ ਉਹ ਕੋਈ ਫੇਸਬੁੱਕੀਆਂ ਦੀ ਜਿਹੜੀ ਲੜਾਈ ਸੀ ਉਹ ਇੱਕ ਅਲੱਗ ਹੈ, ਪਰ ਲੇਕਿਨ ਤੁਸੀਂ ਇੱਕ ਫੇਸਬੁੱਕ ਤੋਂ ਡਿਲੀਟ ਕਰ ਲੋਗੇ, ਸਾਡੇ ਦਿਲਾਂ ਚੋਂ ਕਿਵੇਂ ਸੰਤ ਜੀ ਨੂੰ ਕੱਢੋਗੇ? ਜਿਹੜੀ ਤੁਸੀਂ ਪ੍ਰੋਮਿਸ ਦੀ ਗੱਲ, ਕਮਿਟਮੈਂਟ ਦੀ, ਉਹਨਾਂ ਨੇ ਹਰਮਿੰਦਰ ਸੰਧੂ ਨੂੰ ਜਿਹੜੇ ਉਹਨਾਂ ਦੇ ਟਰਾਂਸਲੇਟ ਕਰਦੇ ਸੀ ਉਹਨਾਂ ਨੇ ਉੱਥੇ ਰੋਕਿਆ ਕਿ ਕਮਿਟਮੈਂਟ ਨਹੀਂ। ਸ਼ਾਇਦ ਦਰਸ਼ਕੋ ਤੁਸੀਂ ਵੀ ਇਹ ਇੰਟਰਵਿਊ ਜਿਹੜੀ ਆ ਉਹ ਜ਼ਰੂਰ ਦੇਖੀ ਹੋਣੀ, ਔਰ ਜ਼ਰੂਰ ਦੇਖਿਓ। ਇੱਕ ਚੀਜ਼ ਹੋਰ ਇੱਥੇ ਕਿ ਕਈ ਵਾਰੀ ਮੈਂ ਸਾਰਿਆਂ ਨੂੰ ਇਹ ਗੱਲ ਕਰਦਾ, ਮੈਂ ਆਪਣੇ ਸਿੱਖਾਂ ਨੂੰ ਨਹੀਂ ਇਹ ਗੱਲ ਕਹਿ ਰਿਹਾ ਕਿ ਤੁਸੀਂ ਇਕੱਲੀ ਕਿਸੇ ਚੀਜ਼ ਨੂੰ ਇੱਕ ਵਾਰ ਦੇਖ ਕੇ ਤੇ ਉਹਨੂੰ ਤੁਸੀਂ ਸਮਝ ਲੈਂਦੇ ਹੋ ਕਿ ਸਾਨੂੰ ਗੱਲ ਸਮਝ ਆ ਗਈ। ਅਗਰ ਸੰਤ ਜਰਨੈਲ ਸਿੰਘ ਜੀ ਨੂੰ ਸਮਝਣਾ, ਜਿੰਨਾ ਕੁ ਮੈਂ ਉਹਨਾਂ ਨੂੰ ਪੜ੍ਹ ਕੇ ਜਾਂ ਦੇਖ ਕੇ ਜਾਂ ਜੋ ਵੀ ਉਹਨਾਂ ਨੂੰ ਸਿੱਖਣ ਦੀ ਕੋਸ਼ਿਸ਼ ਕੀਤੀ ਆ, ਉਹਨਾਂ ਦੀ ਅਗਰ ਤਕਰੀਰ ਜਿਹੜੀ ਆ ਉਹ ਤੁਸੀਂ ਇੱਕ ਵਾਰੀ ਸੁਣੋਗੇ ਤੁਹਾਨੂੰ ਸਮਝ ਨਹੀਂ ਆਊਗੀ। ਸ਼ਾਇਦ ਹਰਪ੍ਰੀਤ ਸਿੰਘ ਜੀ ਤੁਸੀਂ ਮੇਰੇ ਨਾਲ ਇਸ ਚੀਜ਼ ਦੇ ਉੱਤੇ ਸਹਿਮਤ ਹੋਗੇ। ਤੁਸੀਂ 2 ਵਾਰੀ ਸੁਣੋ, 3 ਵਾਰੀ ਸੁਣੋ, 4 ਵਾਰੀ ਸੁਣੋ, ਕਿਸ ਪੀੜਾ ਚੋਂ, ਕਿਸ ਐਂਗਲ ਚੋਂ, ਕਿਸ ਜਗ੍ਹਾ ਤੋਂ ਤੇ ਕਿਸ ਵਿਜ਼ਨ ਦੇ ਨਾਲ ਉਹ ਗੱਲ ਕਰ ਰਹੇ ਨੇ। ਇਹ ਇੱਕ ਬੜਾ ਮਤਲਬ ਸਾਡੇ ਦਿਮਾਗ ਨੂੰ ਇਹ ਸੋਚਣਾ ਪਏਗਾ, ਸਾਨੂੰ ਉਹ ਜਿਹੜੀ ਆਪਣੀ ਸੋਚ ਹੈ ਓਨੀ ਉੱਚੀ ਲਿਜਾਣੀ ਪਏਗੀ ਕਿ ਕਿਸ ਐਂਗਲ ਤੋਂ ਕਿਸ ਟਾਈਮ ਦੇ ਉੱਤੇ ਗੱਲ ਕਰਦੇ ਪਏ ਆਪਾਂ। ਮੈਂ ਇੱਥੇ ਤੁਹਾਡੇ ਕਮੈਂਟਸ ਲੈਣਾ ਚਾਹਾਂਗਾ ਕਿ ਇਹ ਗੱਲ ਬਿਲਕੁਲ ਸ਼ਾਇਦ ਤੁਸੀਂ ਵੀ ਇਹ ਚੀਜ਼ ਮਹਿਸੂਸ ਕੀਤੀ ਹੋਈ। ਦੇਖੋ, ਇਹ ਤਾਂ ਸਵਾਲ ਦਾ ਮੈਨੂੰ ਲੱਗਦਾ ਕਿ ਉੱਤਰ ਉੱਥੇ ਕੀ ਖਤਮ ਹੋ ਜਾਂਦਾ ਵੀ ਜਿਹੜੀ ਸਟੇਟ ਸਾਡੀ ਦੁਸ਼ਮਣ ਆ ਜੀ, ਜਦੋਂ ਤੁਸੀਂ ਆਪਣੇ ਨਾਇਕ ਦਾ ਭਾਰ ਨਾਪਣਾ ਹੋਵੇ ਨਾ, ਤੋਲਣਾ ਹੋਵੇ, ਤੇ ਉਹ ਇਹ ਦੇਖੋ ਵੀ ਉਹ ਜਿਹੜੇ ਨਾਇਕ ਦਾ ਭਾਰ ਦੁਸ਼ਮਣ ਦੀ ਜੀਭ ਕਿੰਨੀ ਕੁ ਕੱਢਦਾ ਜੀ। ਸਿੰਪਲ ਜੀ ਮੈਂ ਤੁਹਾਨੂੰ ਪੰਜਾਬੀ 'ਚ ਦੱਸਣੀ ਚਾਹੁੰਦਾ ਵੀ ਕੀ ਕਾਰਨ ਆ ਵੀ ਅੱਜ ਵੀ ਜੇ ਜਿੰਨੀ ਦੇਰ ਤੱਕ ਅੱਜ ਵੀ ਜਿਹੜੀ ਉਹ ਸਟੇਟ ਹੈਗੀ ਆ, ਜਿਹੜੀ ਹਿੰਦੁਸਤਾਨ ਨਾਂ ਦਾ ਮੁਲਕ ਹੈਗਾ, ਕੀ ਕਾਰਨ ਆ ਕਿ ਉਹ ਅੱਜ ਵੀ ਸੰਤ ਜਰਨੈਲ ਸਿੰਘ ਹੁਣਾਂ ਦੀ ਜਿਹੜੀ ਕਿਰਦਾਰ ਸ਼ਿਕਨੀ ਕਰਨ ਦੇ ਵਿੱਚ ਇੰਨੇ ਮਸਲੂਫ ਨੇ, ਇੰਨੇ ਬਿਜ਼ੀ ਨੇ।
ਕੀ ਕਾਰਨ ਨੇ, ਕਿਉਂ ਪੈਸਾ ਉਹ ਇੰਨਾ ਹੜਾ ਰਹੇ ਨੇ? ਕਿਉਂਕਿ ਪਤਾ ਉਹਨਾਂ ਨੂੰ ਵੀ ਆ ਕਿ ਅੱਜ ਵੀ ਜੇ ਥ੍ਰੈਟ ਨੇ, ਹੋਰ ਕੋਈ ਆ ਬਾਦਲ ਬੂਦਲ ਆ ਕੈਪਟਨ ਕੁਪਟਨ ਉਹਨਾਂ ਦੇ ਲਈ ਕੋਈ ਚੀਜ਼ ਨਹੀਂ, ਇਹ ਤਾਂ ਉਹਨਾਂ ਦੇ ਗੁਲਾਮ ਨੇ। ਹਾਂ, ਕੁਛ ਵੀ ਇਹ ਉਹਨਾਂ ਦੇ ਲਈ ਨਹੀਂ। ਪਰ ਜਦੋਂ ਵੀ ਹੁਣ ਮੂਵਮੈਂਟ ਉੱਠਣੀ ਆ ਤੇ ਉਹ ਉੱਠਣੀ ਆ 84 ਨੂੰ ਆਧਾਰ ਬਣਾ ਕੇ ਜੀ। ਤਾਂ ਇਹੀ ਕਾਰਨ ਆ ਕਿ ਹੈਸ਼ਟੈਗ ਹੁਣ 84 ਦੇ ਉੱਤੇ ਫੇਸਬੁੱਕਾਂ ਦੇ ਉੱਤੇ ਤੁਸੀਂ ਪਾ ਲਓ, ਤੁਸੀਂ ਟਵਿੱਟਰ ਦੇ ਉੱਤੇ ਤੁਸੀਂ ਉਹ ਕਾ ਲਓ ਕਿ ਕਾਰਨ ਕੀ ਹੈਗਾ ਵੀ ਉਹ ਸਟੇਟ 84 ਨੂੰ ਸਾਡੇ ਮਨਾਂ ਚੋਂ ਵਾਈਪ ਆਊਟ ਕਰਨਾ ਲੋਚਦੀ ਪਈ ਆ। ਇਹੀ ਕਾਰਨ ਨੇ। ਮੈਂ ਇਹ ਕਹਿੰਦਾ ਵੀ ਅਸੀਂ ਆਪਣੀ ਕੋਈ ਪਰਿਭਾਸ਼ਾ ਕਿਉਂ ਦਈਏ? ਸਾਡੇ ਕੋਲ ਦੁਸ਼ਮਣ ਦੀ ਪਰਿਭਾਸ਼ਾ ਹੈਗੀ ਆ ਜੀ, ਵੀ ਜੇ ਦੁਸ਼ਮਣ ਦੀ ਚੀਕ ਨਿਕਲ ਰਹੀ ਆ ਕਿਸੇ ਕਾਰਨ ਕਰਕੇ, ਤੇ ਫੇਰ ਇਹਦਾ ਮਤਲਬ ਵੀ ਜਿਹੜੇ ਸਾਡੇ ਨਾਇਕ ਨੇ ਉਹ ਸਾਡੇ ਲਈ ਖੜੇ ਨੇ, ਉਹ ਉਹਨਾਂ ਦੇ ਲਈ ਜਿਹੜੀ ਸਟੇਟ ਆ ਉਹਨਾਂ ਨੂੰ ਥ੍ਰੈਟ ਵਾਂਗ ਮੰਨਦੀ ਆ। ਸਾਡੇ ਲਈ ਇਹੀ ਇੱਕ ਬਹੁਤ ਵੱਡਾ, ਹੁਣ ਕਿਉਂਕਿ ਕਈ ਇਹ ਕਹਿੰਦੇ ਸੰਤ ਜੀ ਕਾਂਗਰਸੀ ਸੀਗੇ, ਕਾਂਗਰਸ ਨੇ ਉਹ, ਮੈਂ ਕਹਿੰਦਾ ਵੀ ਸਾਡਾ ਅਸੀਂ ਕਿਉਂ ਇੰਨੇ ਜਵਾਬ ਇੰਨੇ ਡਿਫੈਂਸਿਵ ਕਿਉਂ ਹੋ ਜਾਂਦੇ ਆ? ਮੈਂ ਕਹਿੰਦਾ ਅਸੀਂ ਕਿਉਂ ਨਹੀਂ ਕਹਿੰਦੇ ਵੀ ਜੇ ਕਾਂਗਰਸ ਸੰਤਾਂ ਨੂੰ ਲਿਆਉਣ ਵਾਲੀ ਸੀਗੀ ਜਾਂ ਸੰਤ ਵਰਗੀ ਸ਼ਖਸੀਅਤ, ਸੰਤਾਂ ਵਰਗੀ ਸ਼ਖਸੀਅਤ ਪੈਦਾ ਕਰਨ ਵਾਲੀ ਕਾਂਗਰਸ ਸੀਗੀ, ਮੈਂ ਕਹਿੰਦਾ ਵੀ ਕਾਂਗਰਸ ਇਹੋ ਜਿਹੀਆਂ ਹੋਰ ਸ਼ਖਸੀਅਤਾਂ ਸਾਨੂੰ ਦੇਵੇ ਜੀ, ਦੇਵੇ ਸਾਨੂੰ ਹੋਰ ਸ਼ਖਸੀਅਤਾਂ। ਅਸੀਂ ਤਾਂ ਕਾਂਗਰਸ ਦੇ ਪੈਰ ਧੋ ਕੇ ਪਿਆਵਾਂਗੇ। ਹੁਣ ਇਹ ਵੀ ਹੋ ਸਕਦਾ ਵੀ ਸਾਡੀ ਇੰਨੀ ਕੀ ਕਟਿੰਗ ਜਿਹੜੀ ਹੈਗੀ ਆ ਉਹ ਕੋਈ ਕੱਟ ਕੇ ਤੇ ਫਿਰ ਲਾ ਦੇਵੇ, ਕਿਉਂਕਿ ਇਹ ਇੱਕ ਬੜਾ ਅੱਜ ਕੱਲ ਫੈਸ਼ਨ ਹੈ, ਮਤਲਬ ਕਿ ਵੀ ਇੰਨੇ ਕੁ ਪਾਰਟ ਨੂੰ ਕੱਟ ਕੇ ਦੇਖੋ ਜੀ। ਉਹਨਾਂ ਨੇ ਖਾਲਿਸਤਾਨੀ ਵੀ ਇਹ ਕਹਿ ਰਹੇ ਨੇ ਵੀ ਇਹ ਕਾਂਗਰਸ ਜਿਹੜੀ ਹੈਗੀ ਆ ਉਹ ਸਾਡੀ ਸਕੀ, ਉਹਨਾਂ ਨੇ ਏਦਾਂ ਹੀ ਲਾ ਦੇਣੀ ਹੈ ਵੀ ਲੋ ਜੀ ਆ ਦੇਖ ਲਓ ਖਾਲਿਸਤਾਨੀ ਕੀ ਕਹਿੰਦੇ ਪਏ ਨੇ ਵੀ ਹਾਂ ਕਾਂਗਰਸ ਜਿਹੜੀ ਹੈਗੀ ਉਹ ਦੁੱਧ ਨਾਲ ਧੋਤੀ ਆ, ਇਹ ਉਹ। ਜਾਣੀ ਕਿ ਮੈਂ ਅਗੇਨ ਸਾਨੂੰ ਉਸ ਚੀਜ਼ ਦਾ ਕੋਈ ਫਰਕ ਨਹੀਂ ਪੈਂਦਾ, ਸਾਨੂੰ ਪਤਾ ਅਸੀਂ ਕਿੱਥੇ ਖੜੇ ਆ। ਮੈਂ ਕਈ ਵਾਰੀ ਇਹ ਵੀ ਕਹਿਣਾ ਹੁੰਦਾ ਵੀ ਈਵਨ ਸਾਡੇ ਖਾਲਿਸਤਾਨੀਆਂ ਦੇ ਵਿੱਚ ਵੀ, ਹੁਣ ਕੋਈ ਖਾਲਿਸਤਾਨੀ ਮੰਨ ਲਓ ਕਿਸੇ ਸਟੇਟ ਦੇ ਰਿਪਰੈਜ਼ੈਂਟੇਟਿਵ ਨੂੰ ਮਿਲਦਾ, ਠੀਕ ਹੈ, ਹੁਣ ਉਹ ਕਿਸੇ ਦੀ ਫੋਟੋ ਪਾ ਦਿੰਦੇ ਆ ਵੀ ਜੀ ਹਾਂਜੀ ਆਹ ਖਾਲਿਸਤਾਨੀ ਫਲਾਣੇ ਇਹਨਾਂ ਦੇ ਸਫੀਰ ਦੇ ਨਾਲ ਹੱਥ ਮਿਲਾ ਲੇ, ਉਹ ਸਾਰੀ ਆ ਜਾਂਦੀ ਜੀ ਉਹ ਖਾਲਿਸਤਾਨੀ ਜਿਹੜਾ ਆ ਉਹ ਤਾਂ ਟਾਊਟ ਆ, ਉਹ ਟਾਊਟ ਆ, ਇਵੇਂ ਹੋ ਜਾਂਦੀ ਨਾ। ਬਿਲਕੁਲ ਇਸ ਤਰ੍ਹਾਂ ਹੁੰਦਾ। ਮੈਂ ਕਹਿੰਦਾ ਸਾਡਾ ਨੈਰੇਟਿਵ ਇਵੇਂ ਕਿਉਂ ਨਹੀਂ ਸੈੱਟ ਹੁੰਦਾ ਵੀ ਹਿੰਦੁਸਤਾਨੀ ਇਹ ਕਹਿਣ ਵੀ ਲੈ ਵੀ ਉਹਨਾਂ ਦਾ ਸਫੀਰ ਖਾਲਿਸਤਾਨੀ ਹੋ ਗਿਆ, ਵੀ ਉਹ ਖਾਲਿਸਤਾਨੀਆਂ ਦੇ ਨਾਲ ਹੱਥ ਮਿਲਾਉਂਦਾ ਪਿਆ। ਬਿਲਕੁਲ ਸਾਨੂੰ ਇਸ ਚੀਜ਼ ਦੇ ਵਿੱਚ ਅਸੀਂ ਇੰਨੇ ਡਿਫੈਂਸਿਵ ਕਿਉਂ ਹੈਗੇ ਆ? ਦੇਖੋ 84 ਦੇ ਵਿੱਚ ਮੈਨੂੰ ਪਤਾ ਵੀ ਸਮਾਂ, ਕਿਉਂਕਿ ਅਸੀਂ ਪਹਿਲਾਂ ਵੀ ਗੱਲ ਕੀਤੀ ਵੀ 20 ਮਿੰਟਾਂ ਦੇ ਵਿੱਚ ਤੁਸੀਂ 84 ਦੇ ਇਤਿਹਾਸ ਦੀ ਇੱਕ ਅੱਖਰ ਵੀ ਨਹੀਂ ਫਰੋੜ ਸਕਦੇ। ਬਿਲਕੁਲ ਨਹੀਂ ਫਰੋੜ ਸਕਦੇ, ਠੀਕ ਹੈ। ਪਰ ਫਿਰ ਵੀ ਸਾਡੀ ਜਿੰਨੀ ਕੁ ਸਮਰੱਥਾ ਹੈਗੀ ਆ, ਜਿੰਨਾ ਕੁ ਵੀ ਮਾੜਾ ਕਰਕੇ ਚਿੜੀ ਵਾਂਗ ਹੈਗੇ ਆ, ਅਸੀਂ ਚੁੰਝ ਭਰ ਕੇ ਅਸੀਂ ਅੱਗ ਦੇ ਉੱਤੇ ਸੁੱਟ ਰਹੇ ਆ। ਸਾਨੂੰ ਪਤਾ ਵੀ ਅੱਗ ਬੁਝਣੀ ਆ ਕਿ ਨਹੀਂ ਬੁਝਣੀ ਇਹ ਸਾਡੇ ਕੰਟਰੋਲ 'ਚ ਵੀ ਨਹੀਂ ਹੈਗੀ, ਔਰ ਨਾ ਹੀ ਸਾਡਾ ਇਹ ਸਵਾਲ ਹੋਣਾ ਚਾਹੀਦਾ। ਪਰ ਸਾਡੀ ਕੋਸ਼ਿਸ਼ ਇਹ ਹੋਣੀ ਚਾਹੀਦੀ ਵੀ ਜਿੰਨੀ ਕੁ ਮੇਰੀ ਚੁੰਝ ਦੇ ਵਿੱਚੋਂ ਪਾਣੀ ਨਿਕਲ ਕੇ ਕੁਛ ਨਾ ਕੁਛ ਤਾਂ ਕਿਸੇ ਨਾ ਕਿਸੇ ਬੁਝਾਉਣ ਵਾਲਿਆਂ ਤੇ ਖੜੇ ਹੋਵਾਂਗੇ ਨਾ। ਸੋ ਅਸੀਂ ਉਨੀਆਂ ਕੁ ਗੱਲਾਂ ਜਿੰਨੀਆਂ ਕੁ ਹੁਣ ਅਸੀਂ 20 ਮਿੰਟ 'ਚ ਕੀਤੀਆਂ, ਇਹ ਮੈਂ ਫੇਰ ਇਹ ਕਹਿਣਾ ਵੀ 84 ਦੇ ਘੱਲੂਘਾਰਾ ਵਾਪਰਨ ਦੇ ਵਿੱਚ ਬਹੁਤ ਛੋਟੀ ਜੀ ਇੱਕ ਪਰਸੈਂਟੇਜ ਦੇ ਵਿੱਚ ਜਿਹੜੀਆਂ ਗੱਲਾਂ ਅਸੀਂ ਕੀਤੀਆਂ ਉਹ ਹੋਣਗੀਆਂ, ਪਰ ਇਹ ਸੀਗੀਆਂ। ਜੇ ਅਸੀਂ ਹੁਣ ਪਾਣੀਆਂ ਦੀ ਉਹ ਗੱਲ ਕੀਤੀ ਸੀਗੀ, 19 ਜੋ ਅਨੰਦਪੁਰ ਸਾਹਿਬ ਦਾ ਮਤਾ ਸੀ ਉਹਦੇ ਵਿੱਚ ਪਾਣੀਆਂ ਦੀ ਗੱਲ ਸ਼ਿੱਦਤ ਦੇ ਨਾਲ ਉਹਦੇ 'ਚ ਕੀਤੀ ਗਈ ਸੀਗੀ ਵੀ ਨਾਨ ਰਾਈਪੇਰੀਅਨ ਸਟੇਟ ਜਿਹੜੀ ਹੈਗੀ ਆ ਉਹਨਾਂ ਨੂੰ ਸਾਡਾ ਪਾਣੀ ਕਿਉਂ ਦਿੱਤਾ ਜਾਵੇ। ਜੇ ਅੱਜ ਵੈਸੇ ਵੀ ਲੌਜੀਕਲੀ ਵੀ ਕੁਲਜਿੰਦਰ ਸਿੰਘ ਲੌਜੀਕਲੀ ਵੀ ਇਹੀ ਆ ਵੀ ਜੇ ਅਸੀਂ 1966 ਨੂੰ ਵੀ ਆਧਾਰ ਮੰਨ ਲਈਏ ਵੀ ਪਾਣੀ ਪੰਜਾਬ ਦਾ ਜਿਹੜਾ ਹੈਗਾ 1947 ਤੋਂ ਪਹਿਲਾਂ ਵੀ ਜਾਂਦਾ ਸੀਗਾ, ਪਰ 1947 ਤੋਂ ਪਹਿਲਾਂ ਬੀਕਾਨੇਰ ਦੀ ਰਿਆਸਤ ਜਿਹੜੀ ਸੀਗੀ ਉਹ ਪੰਜਾਬ ਨੂੰ ਉਹਦੀ ਰਾਇਲਟੀ ਦਿੰਦੀ ਹੁੰਦੀ ਸੀ 1.06 ਪੈਸਾ ਪਰ ਲੀਟਰ ਦੀ। ਮੈਂ ਕਹਿੰਦਾ ਵੀ 1947 ਤੋਂ ਪਹਿਲਾਂ ਦੀ ਵੀ 70 ਸਾਲ 80 ਸਾਲ ਬਾਅਦ ਵੀ ਅਸੀਂ ਮੰਨ ਲਓ ਵੀ 1.06 ਪੈਸੇ ਨਹੀਂ ਲੈਂਦੇ, ਅਸੀਂ 1 ਪੈਸਾ ਲੈਣਾ। ਕਿੰਨੀ ਇਨਫਲੇਸ਼ਨ ਹੋ ਗਈ ਆ, ਜਿਹੜਾ ਉਦੋਂ ਰੁਪਈਆ ਕਹਿੰਦੇ ਨੇ ਕਿ ਡਾਲਰ ਦੇ ਬਰਾਬਰ ਸੀਗਾ, ਅੱਜ ਉਹੀ ਜਿਹੜਾ ਰੁਪਈਆ ਹੈਗਾ ਆ $1 ਦੇ 70 ਦੇ ਬਰਾਬਰ ਆ ਜਾਂਦਾ। ਕੈਨੇਡਾ ਦਾ ਜਿਹੜਾ 50 ਰੁਪਈਏ ਦੇ ਬਰਾਬਰ ਆ ਜਾਂਦਾ। ਮੈਂ ਕਹਿੰਦਾ ਵੀ 1 ਪੈਸੇ ਨੂੰ 1 ਲੀਟਰ ਦਿੱਤਾ ਜਾਵੇ ਔਰ 1986 ਨੂੰ ਆਧਾਰ ਮੰਨੀਏ,
ਨਾ ਕਿ 1947 ਨੂੰ, ਕਿਉਂਕਿ 1966 ਦੇ ਵਿੱਚ ਪੰਜਾਬ ਦੀ ਵੰਡ ਹੋਈ ਸੀ। ਪੰਜਾਬ ਦੇ ਇਹਨਾਂ ਨੇ ਟੋਟੇ ਕੀਤੇ ਸੀ, 3 ਟੁਕੜਿਆਂ ਦੇ ਵਿੱਚ ਪੰਜਾਬ ਨੂੰ ਇਹਨਾਂ ਨੇ ਵੰਡਿਆ ਸੀਗਾ। ਬਿਲਕੁਲ, ਆਪਾਂ ਅਖੀਰਲੇ ਪੜਾਅ ਦੇ ਵਿੱਚ ਆਪਾਂ ਇਹ ਗੱਲਬਾਤ ਨੂੰ ਜਾਰੀ ਰੱਖਾਂਗੇ। ਆਪਾਂ ਨੂੰ ਦਰਸ਼ਕੋ ਇੱਕ ਛੋਟੀ ਜਿਹੀ ਬ੍ਰੇਕ ਲੈਣੀ ਪੈਣੀ। ਆਪਾਂ ਅਖੀਰਲੇ ਪੜਾਅ ਦੇ ਵਿੱਚ ਜਿਹੜਾ ਹੈ ਉਹ ਪਹੁੰਚ ਜਾਵਾਂਗੇ। ਇਸ ਤੋਂ ਬਾਅਦ